ਪੰਜਾਬੀ ਖਬਰਨਾਮੇ ਦੇ ਵਿੱਚ ਵੱਡੀ ਖਬਰ। ਪੰਜਾਬ ਦੇ ਵੱਖ-ਵੱਖ ਕਲੋਨਾਈਜ਼ਰਾਂ ਨੇ ਪਿਛਲੀ ਸਰਕਾਰ ਦੀ ਮਿਲੀ ਭੁਗਤ ਨਾਲ ਗੈਰ ਕਾਨੂੰਨੀ ਕਲੋਨੀਆਂ ਰੈਗੂਲਰ ਕਰਵਾਈਆਂ ਨੇ। ਅਜਿਹੀਆਂ ਸ਼ਿਕਾਇਤਾਂ ਪੰਜਾਬ ਸਰਕਾਰ ਨੂੰ ਮਿਲ ਰਹੀਆਂ ਨੇ। ਇਸ ਲਈ ਸਰਕਾਰ ਨੇ ਹੁਣ ਤੱਕ ਰੈਗੂਲਰ ਕੀਤੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਗੈਰ ਕਾਨੂੰਨੀ ਕਲੋਨੀਆਂ ਦਾ ਰਿਕਾਰਡ ਦੀ ਤਲਾਸ਼ੀ ਲੈਣ ਦਾ ਫੈਸਲਾ ਕੀਤਾ। ਇਸ ਦੌਰਾਨ ਇਹ ਦੇਖਿਆ ਜਾਵੇਗਾ ਕਿ ਉਪਰੋਕਤ ਕਲੋਨੀਆਂ ਨੂੰ ਨਿਯਮਾਂ ਦੇ ਤਹਿਤ ਕਾਨੂੰਨੀ ਰੂਪ ਦਿੱਤਾ ਗਿਆ ਜਾਂ ਫਿਰ ਸੰਬੰਧਿਤ ਅਧਿਕਾਰੀਆਂ, ਰਾਜਨੀਤਿਕ ਆਗੂਆਂ ਜਾਂ ਕਲੋਨਾਈਜ਼ਰਾਂ ਨੇ ਆਪਸੀ ਮਿਲੀ ਭੁਗਤ ਨਾਲ ਇਹਨਾਂ ਕਲੋਨੀਆਂ ਨੂੰ ਰੈਗੂਲਰ ਕੀਤਾ ਜਾਂ ਨਹੀਂ। ਸਰਕਾਰ ਨੂੰ ਇਹ ਵੀ ਸ਼ਿਕਾਇਤ ਮਿਲੀ ਹੈ ਕਿ ਕਈ ਗੈਰ ਕਾਨੂੰਨੀ ਕਲੋਨੀਆਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ, ਫਿਰ ਵੀ ਉਹਨਾਂ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਹੈ। ਇਹ ਸਾਰੀਆਂ ਖੇਡਾਂ ਉਸ ਵੇਲੇ ਸਰਕਾਰ ਨੇ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਦੇ ਕੀਤੀਆਂ, ਜਿਸ ਨੇ ਨਿਯਮਾਂ ਵਿੱਚ ਅਣਦੇਖੀ ਕਰਕੇ ਨਜਾਇਜ਼ ਕਲੋਨੀਆਂ ਨੂੰ ਰੈਗੂਲਰ ਕੀਤਾ। ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਜਿਹੀਆਂ ਸਾਰੀਆਂ ਕਲੋਨੀਆਂ ਦੀ ਜਾਂਚ ਕਰੇਗੀ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਦੀ ਅਗਵਾਈ ਹੇਠ ਪਿਛਲੀ ਕਾਂਗਰਸ ਸਰਕਾਰ ਦੌਰਾਨ ਰੈਗੂਲਰ ਕੀਤੀਆਂ ਕਲੋਨੀਆਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਜੇਕਰ ਇਹਨਾਂ ਵਿੱਚ ਨਿਯਮਾਂ ਦੀ ਕੋਈ ਉਲੰਘਣਾ ਪਾਈ ਜਾਂਦੀ ਹੈ ਤਾਂ ਸੰਬੰਧਿਤ ਅਧਿਕਾਰੀ, ਸਿਆਸਤਦਾਨ ਤੇ ਕਲੋਨਾਈਜ਼ਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਨਜਾਇਜ਼ ਕਲੋਨੀਆਂ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਉਹ ਗੈਰ ਕਾਨੂੰਨੀ ਕਲੋਨੀਆਂ ਵਿੱਚ ਲਗਾਏ ਗਏ ਬਿਜਲੀ ਮੀਟਰਾਂ ਦੀ ਜਾਂਚ ਕਰਵਾ ਰਹੇ ਨੇ ਅਤੇ ਕਲੋਨਾਈਜ਼ਰਾਂ ਖਿਲਾਫ ਕਾਰਵਾਈ ਕਰ ਰਹੇ ਨੇ। 70 ਕਲੋਨਾਈਜ਼ਰਾਂ ਨੂੰ ਨੋਟਿਸ ਵੀ ਭੇਜੇ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੇ ਭਾਅ ਵਿੱਚ ਕਮੀ ਕੀਤੇ ਬਗੈਰ ਕਣਕ ਦੀ ਖਰੀਦ ਵਿੱਚ ਸੁੰਗੜਨ ਵਾਲੇ ਨਿਯਮਾਂ ਵਿੱਚ ਢਿੱਲ ਦੇਣ ਤਾਂ ਜੋ ਕਿਸਾਨਾਂ ਦੀ ਆਮਦਨ ਨੂੰ ਬਚਾਇਆ ਜਾ ਸਕੇ, ਜੋ ਕਿ ਪਹਿਲਾਂ ਹੀ ਕਣਕ ਦੀ ਘੱਟ ਪੈਦਾਵਾਰ ਅਤੇ ਵੱਡੇ ਖੇਤੀ ਕਰਜ਼ਿਆਂ ਕਰਕੇ ਆਰਥਿਕ ਮਾਰ ਚੱਲ ਰਹੇ ਨੇ। ਇਸ ਸੰਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਭਗਵੰਤ ਮਾਨ ਨੇ ਦੱਸਿਆ ਕਿ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੇਂਦਰੀ ਖੁਰਾਕ ਤੇ ਜਨਤਕ ਵੰਡ ਮੰਤਰੀ ਪਿਊਸ਼ ਗੋਇਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਰਤ ਸਰਕਾਰ ਵੱਲੋਂ ਤਾਇਨਾਤ ਟੀਮਾਂ ਵੱਲੋਂ ਇਕੱਤਰ ਕੀਤੇ ਫੀਡਲ ਆંકੜਿਆਂ ਦੇ ਆਧਾਰ ਤੇ ਢਿੱਲ ਦੇਣ ਦੀ ਇਜਾਜ਼ਤ ਦੇਣ। ਇਸ ਤੋਂ ਇਲਾਵਾ ਉਹਨਾਂ ਕੇਂਦਰੀ ਮੰਤਰੀ ਨੂੰ ਪੱਤਰ ਲਿਖੇ ਉਕਤ ਸਮੱਸਿਆ ਨਾਲ ਨਜਿੱਠਣ ਦੀ ਅਪੀਲ ਵੀ ਕੀਤੀ ਸੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਇਸ ਤੱਥ ਤੇ ਡੂੰਘੇ ਚਿੰਤਤ ਨੇ ਕਿ ਜਨਤਕ ਵੰਡ ਮੰਤਰਾਲੇ ਵੱਲੋਂ ਤਾਇਨਾਤ ਕੇਂਦਰੀ ਟੀਮਾਂ ਨੇ ਕਣਕ ਦੇ ਦਾਣਿਆਂ ਦੇ ਸੁੰਗੜਨ ਦੇ ਤੱਥਾਂ ਨੂੰ ਉਜਾਗਰ ਕਰਦੇ ਹੋਏ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਂਪ ਕੇ ਆਪਣਾ ਕੰਮ ਪੂਰਾ ਕਰ ਲਿਆ। ਰਿਪੋਰਟ ਸੌਂਪਣ ਤੋਂ ਇੱਕ ਹਫ਼ਤਾ ਬਾਅਦ ਬੀਤ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਇਸ ਸੰਬੰਧ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨੀ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਜ਼ਰੂਰਤ ਹੈ ਅਤੇ ਦੇਰ ਨਾਲ ਖਰੀਦ ਕਾਰਜ ਪ੍ਰਭਾਵਿਤ ਹੋ ਸਕਦੇ ਨੇ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦਾ ਹਰ ਅਨਾਜ ਖਰੀਦਣ ਲਈ ਵਚਨਬੱਧ ਹੈ। ਉਹਨਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਅਨਾਜ ਸੁੰਗੜਨ ਦਾ ਦੋਸ਼ ਦੇਣਾ ਸਰਾਸਰ ਬੇਇਨਸਾਫੀ ਹੈ, ਕਿਉਂਕਿ ਇਹ ਕੁਦਰਤ ਦਾ ਰਵੱਈਆ ਅਤੇ ਕਿਸਾਨ ਇਸ ਅੱਗੇ ਬੇਬਸ ਨੇ। ਇਸ ਕਰਕੇ ਉਹਨਾਂ ਦੀ ਸਰਕਾਰ ਨੇ ਮੰਡੀਆਂ ਵਿੱਚ ਆਏ ਅਨਾਜ ਦੀ ਤੇਜ਼ੀ ਨਾਲ ਖਰੀਦ ਕੀਤੀ ਹੈ। ਕੁਝ ਮੰਡੀਆਂ ਵਿੱਚ ਆ ਰਹੀ ਅਸੁਵਿਧਾ ਅਤੇ ਗੰਦਗੀ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਮੁੱਖ ਤੌਰ ਤੇ FCI ਵੱਲੋਂ ਨਿਯਮਾਂ ਵਿੱਚ ਢਿੱਲ ਨਾ ਦੇਣ ਕਾਰਨ ਹੋਇਆ, ਜਿਸ ਕਰਕੇ ਕਿਸਾਨ ਅਤੇ ਆੜ੍ਹਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੂੰ ਕੇਂਦਰ ਸਰਕਾਰ ਤੋਂ ਜਲਦ ਹੀ ਸਕਾਰਾਤਮਕ ਨਤੀਜਿਆਂ ਦੀ ਉਮੀਦ ਹੈ ਅਤੇ ਉਸ ਤੋਂ ਬਾਅਦ ਲਿਫਟਿੰਗ ਵਿੱਚ ਕਾਫੀ ਸੁਧਾਰ ਹੋਵੇਗਾ। ਜ਼ਿਕਰਯੋਗ ਹੈ ਕਿ ਅੱਤ ਦੀ ਗਰਮੀ ਕਰਕੇ ਕਣਕ ਦਾ ਦਾਣਾ ਸੁੰਗੜ ਗਿਆ ਅਤੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕਿਆ। ਇਸ ਲਈ ਸੂਬਾ ਸਰਕਾਰ ਨੇ ਖਰੀਦ ਨਿਯਮਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਕਣਕ ਦੀ ਖਰੀਦ ਕਰਕੇ ਕੇਂਦਰੀ ਪੂਲ ਦਾ ਯੋਗਦਾਨ ਪਾਇਆ ਜਾ ਸਕੇ। ਕਣਕ ਦੇ ਦਾਣਿਆਂ ਨੂੰ ਸੁੰਗੜਨਾ ਕਿਸਾਨਾਂ ਦਾ ਮਾਮਲਾ ਨਹੀਂ, ਸਗੋਂ ਕੁਦਰਤੀ ਵਰਤਾਰਾ ਹੈ ਅਤੇ ਇਸ ਲਈ ਸੂਬਾ ਸਰਕਾਰ ਨੇ ਫੈਸਲਾ ਕੀਤਾ ਕਿ ਕਿਸਾਨਾਂ ਨੂੰ ਉਹਨਾਂ ਦੇ ਵੱਸ ਤੋਂ ਬਾਹਰ ਕਿਸੇ ਵੀ ਚੀਜ਼ ਲਈ ਜੁਰਮਾਨਾ ਨਹੀਂ ਕੀਤਾ ਜਾਣਾ ਚਾਹੀਦਾ। ਪੰਜਾਬ 'ਚ ਗਰਮੀ ਦਿਨੋ ਦਿਨ ਜ਼ੋਰ ਫੜਦੀ ਜਾ ਰਹੀ ਹੈ। ਇਸ ਨੂੰ ਮੁੱਖ ਰੱਖਦੇ ਮੌਸਮ ਮਾਹਰਾਂ ਨੇ ਦੱਸਿਆ ਕਿ 25 ਅਪ੍ਰੈਲ ਨੂੰ ਪੰਜਾਬ ਦੇ ਜੋ ਇਲਾਕੇ ਹਿਮਾਚਲ ਦੇ ਨਾਲ ਲੱਗਦੇ ਨੇ ਉਹਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ, ਜਦੋਂ ਕਿ 27 ਤੇ 28 ਅਪ੍ਰੈਲ ਨੂੰ ਪੰਜਾਬ ਵਿੱਚ ਲੂ ਦਾ ਕਹਿਰ ਵਧੇਗਾ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 1 ਤੋਂ 2 ਦਿਨਾਂ ਦੀ ਗਿਰਾਵਟ ਤੋਂ ਬਾਅਦ ਐਤਵਾਰ ਨੂੰ ਤਾਪਮਾਨ 41 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਕਪੂਰਥਲਾ ਦੇ ਵਿੱਚ 41.6 ਡਿਗਰੀ ਸੈਲਸੀਅਸ ਸਭ ਤੋਂ ਜ਼ਿਆਦਾ ਗਰਮ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਕਤ ਦਿਨ ਲੁਧਿਆਣਾ ਵਿੱਚ 38.3 ਡਿਗਰੀ ਸੈਲਸੀਅਸ,
ਅੰਮ੍ਰਿਤਸਰ ਦੇ ਵਿੱਚ 38.6 ਡਿਗਰੀ ਸੈਲਸੀਅਸ, ਪਠਾਨਕੋਟ 'ਚ 39 ਡਿਗਰੀ ਸੈਲਸੀਅਸ, ਗੁਰਦਾਸਪੁਰ ਦੇ ਵਿੱਚ 39.2 ਡਿਗਰੀ ਸੈਲਸੀਅਸ, ਫਿਰੋਜ਼ਪੁਰ ਨੂਰ ਮਹਿਲ 37.9 ਡਿਗਰੀ ਸੈਲਸੀਅਸ, ਬਰਨਾਲਾ 'ਚ 39.2 ਡਿਗਰੀ ਸੈਲਸੀਅਸ, ਰੋਪੜ 'ਚ 37.8 ਡਿਗਰੀ, ਮੋਹਾਲੀ ਦੇ ਵਿੱਚ 37.8 ਡਿਗਰੀ, ਫਤਿਹਗੜ੍ਹ ਸਾਹਿਬ 38.2 ਡਿਗਰੀ, ਰੌਣੀ ਦੇ ਵਿੱਚ 37.8 ਡਿਗਰੀ ਅਤੇ ਪਟਿਆਲਾ ਦੇ ਵਿੱਚ 39.1 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ ਰਿਹਾ। ਇੱਥੇ ਦੱਸ ਦਈਏ ਕਿ ਗਰਮੀ ਦਾ ਕਹਿਰ ਵੱਧਦੇ ਹੀ ਸੜਕਾਂ ਤੇ ਸਰਨਾਟਾ ਛਾਉਣ ਲੱਗ ਪਿਆ। ਮੌਸਮ ਵਿਭਾਗ ਵੱਲੋਂ ਵੀ ਬਕਾਇਦਾ ਜਨਤਾ ਨੂੰ ਗਰਮੀ ਤੋਂ ਬਚਣ ਲਈ ਟਿਪਸ ਦਿੱਤੇ ਜਾ ਰਹੇ ਨੇ। जी जरा समझाइए सारा समझाइए बंद करवा हाँ पंजाबी में बंद करा दरबारे बंद हो गया ये शैली जी है, ये सारा मोहल्ला ये प्रोजेक्ट इंचार्ज है यहाँ पे। प्राइमरी हेल्थ केयर है तो साड़ी कोशिश यही होती है कि जो भी मरीज है वो 10-15 मिनट के अंदर प्राइमरी हेल्थ केयर पहुंचे और अपना सारा इलाज करा लें। ਅਸੀਂ ਜਿਹੜਾ ਹੈ PWD ਤੋਂ ਕੋਟਾ ਗਿਵਨ ਬਣਾਇਆ ਹੈ। ਟੋਟਲ ਸਾਡੇ ਹੁੰਦੇ ਇਸ ਟਾਈਮ पे 519 ਮੁਹੱਲਾ ਕਲੀਨਿਕ ਹੈ ਜਿਨ੍ਹਾਂ ਚੋਂ 498 ਸਾਡੇ ਮਾਰਨਿੰਗ ਹੈ। ओके हाँ 498 ਮਾਰਨਿੰਗ ਹਾਂਜੀ 498 ਮਾਰਨਿੰਗ ਹੈ ਤੇ ਇੱਥੇ ਕਿਹੜੀ-ਕਿਹੜੀਆਂ ਬਿਮਾਰੀਆਂ ਦੇ ये पहले रजिस्ट्रेशन बताओ कैसे कराते रजिस्ट्रेशन पे ले ਪਹਿਲੇ ਮਰੀਜ਼ ਇੱਥੇ ਆਉਂਦਾ ਹੈ ਇਹ ਸਾਡੀ ANM ਹੈ। ਸਾਡੇ 4 ਲੋਕ ਹੁੰਦੇ ਮੁਹੱਲਾ ਕਲੀਨਿਕ, ਇੱਕ ਡਾਕਟਰ, ਇੱਕ ANM, ਇੱਕ ਫਾਰਮਾਸਿਸਟ ਔਰ ਇੱਕ ਮਲਟੀਟਾਸਕਰ। पहले मरीज इतने आता है मैडम वो रजिस्ट्रेशन करती है रजिस्टर है टैबलेट ਹੁਣ ਅਸੀਂ ਸਾਰਾ ਆਈਟੀ ਤੇ ਚਲੇ ਗਏ ਹਾਂ ਤੇ ਟੈਬਲੇਟ ਦੇ ਅੰਦਰ ਸਾਰੀ ਐਂਟਰੀ ਹੁੰਦੀ ਹੈ। ਮਰੀਜ਼ ਆਉਂਦਾ ਹੈ, ਉਹਦਾ ਨਾਮ, ਉਹਦਾ ਆਈਡੈਂਟੀਟੀ ਪ੍ਰੂਫ, ਉਹਦਾ ਸਾਰੇ ਡਿਟੇਲਸ ਉਹ ਇਹਦੇ 'ਚ ਪੁੱਛੇ ਜਾਂਦੇ। ਉਹਦੇ ਬਾਅਦ ਇਹ ਪੂਰੀ ਐਂਟਰੀ ਕਰਨ ਤੋਂ ਬਾਅਦ ਪੇਸ਼ੈਂਟ ਜਿਹੜਾ ਹੈ ਫਿਰ ਉਹ ਡਾਕਟਰ ਕੋਲ ਜਾਂਦਾ। डॉक्टर आइए आइए 2 मिनट में बात करेंगे। एक मिनट फिर अभी दोबारा वापस बात करेंगे आपसे बात करेंगे। आइए। ਜਦੋਂ ਪੇਸ਼ੈਂਟ ਦੀ ਐਂਟਰੀ ਹੋ ਜਾਂਦੀ ਹੈ ਉਹਦੇ ਬਾਅਦ ਪੇਸ਼ੈਂਟ ਇੱਥੇ ਐਂਟਰ ਕਰਦਾ ਹੈ। ਐਂਟਰ ਕਰਕੇ ਡਾਕਟਰ ਸਾਹਿਬ ਦੇ ਕੋਲ ਵੀ ਟੈਬ ਹੈ, ਉਹੀਓ ਜਿਹੜਾ ਸੇਮ ਕਨੈਕਟੀਵਿਟੀ ਤੋਂ ਡਾਕਟਰ ਸਾਹਿਬ ਇਹਦੇ 'ਚ ਐਂਟਰੀ ਕਰਦੀ ਹੈ। ਉਹਦਾ ਜਿੰਨੇ ਵੀ ਵਾਈਟਲਸ ਅਗਰ ਜ਼ਰੂਰੀ ਹੈ, BP, ਪਲਸ, ਉਹਨਾਂ ਦਾ ਬਲੱਡ ਸ਼ੂਗਰ ਦੇਖਣਾ ਹੈ, ਬਲੱਡ ਪ੍ਰੈਸ਼ਰ ਦੇਖਣਾ ਹੈ, ਇਹ ਸਾਰੀ ਚੀਜ਼ਾਂ ਦੇਖ ਕੇ ਇਹਦੇ ਵਿੱਚ ਐਂਟਰੀ ਹੋ ਜਾਂਦੀ ਹੈ। ਡਾਕਟਰ ਸਾਹਿਬ ਉਹਨਾਂ ਦੇ ਸਿੰਪਟਮ ਪੁੱਛ ਕੇ ਐਗਜ਼ਾਮੀਨੇਸ਼ਨ ਕਰਕੇ, ਪਿੱਛੇ ਸਾਡਾ ਐਗਜ਼ਾਮੀਨੇਸ਼ਨ ਟੇਬਲ ਹੈ, पूरा एग्जामिन करके शी राइट्स ऑल द सिम्टम्स जो भी उन्होंने देना है। इन्हों का जो प्रोविजनल डायग्नोसिस है जो ये सोचते हैं कि अज इन्होंने बीमारी हुई है वो एंटर कर देते हैं। ਉਹਦੇ ਬਾਅਦ ਇਹਨਾਂ ਨੂੰ ਦਵਾਈ ਲਿਖੀ ਜਾਂਦੀ ਹੈ। ਹੁਣ ਅਗਰ ਪੇਸ਼ੈਂਟ ਨੂੰ ਲੈਬ ਟੈਸਟ ਕਰਾਣੇ ਹੈ ਤੇ ਪੇਸ਼ੈਂਟ ਵਾਪਸ ਜਿਹੜਾ ਹੈ ਉਹ ANM ਦੇ ਕੋਲ ਜਾਂਦਾ ਹੈ, ਉਹਦੇ ਕੋਲ ਲੈਬ ਟੈਸਟ ਹੁੰਦਾ ਹੈ। सैंपल ले लेते हैं सारे मतलब। अच्छा यूरिन है, ब्लड टेस्ट है ने 212 टेस्ट अभी हो रहे हैं और आगे बढ़ेंगे। कलेक्शन है साड़ी ANM करती है वो कलेक्ट कर लेती है, फिर कोई लैब आके इनसे सैंपल ले जाती है सेंट्रलाइज। यहाँ पर सारे टेस्ट होते हैं बड़े से बड़े, KFT, LFT, विटामिन D। कई लोग तो मेरे पास आए सारे हैं टेस्ट फ्री, कहते 12,000 के टेस्ट फ्री करा के आए हैं, तो लोग हिसाब बना के लिए आते हैं। रिव्यू ले रहे हैं। हाँ। काफी देर घंटा हो गया है। अच्छा दूसरा इसमें एक चीज़ हो रहा है, जो ये टैब में एंट्री जो भी करते हैं ना, बाहर जो एंट्री करेंगे इन पर अपने आप आ जाएगी, दोबारा नहीं करनी। ये जो भी एंट्री करेंगे सामने चली जाएगी, ये दवाइयाँ क्या देनी है उनको, फिर उसको लिखने की जरूरत नहीं, सीधा पहुँच जाती हैं। और जो सारे टेस्ट करना आता है वो पहले दिन टेस्ट लेता है, अगले दिन सवेरे रिपोर्ट इत्थे ही आ जाती है तो मरीज को कितने होर जाके रिपोर्ट कलेक्ट करनी ऑनलाइन भी चढ़ जाते हैं। ऑनलाइन भी चढ़ा शुरू कर 95 5% होता है जिनको ज़्यादा है, रेफरल दोनों आगे जाना पड़ता है। 95% यहीं से सेटिस्फाई होकर चले। कोई इसके लिए कोई मतलब ये तो नहीं कि इस एरिया का ही आए ना कोई भी पूरे भारत का कहीं भी पूरे भारत कोई भी आदमी आते हैं डाल सकता है, इवन बाहर के भी आता है। इससे कोई ये नहीं पूछा जाता अमीर है गरीब है, उससे ये नहीं पूछा जाता दिल्ली का है पंजाब का है, जो भी आके कोई भी इलाज करा ले। मेडिसिन का इंटेंट फिर सेंट्रल इतने नहीं, हमारा वेयर हाउस बना है। मोहल्ला क्लिनिक का अलग से सिस्टम बनाया हुआ है। अच्छा सर प्रोक्योरमेंट मेडिसिन की सेंट्रलाइज होती है या सेंट्रलाइज सेंट्रलाइज डिस्ट्रीब्यूशन सिस्टम अलग से किया हुआ है, पर सेंट्रलाइज प्रोक्योरमेंट सेंट्रलाइज नहीं करेंगे तो बहुत महंगी पड़ती है दवाई। नेचुरली सर जिसको जिस तरह इंटेंट चाहिए होगा वो इंटेंट कर देता होगा। अब जैसे ग्रेटर कैलाश है, ग्रेटर कैलाश पॉश कॉलोनी है। सबसे पॉश दिल्ली की सबसे अमीर कॉलोनी है। मुझे लगता था वहाँ पे मोहल्ला क्लिनिक खोलने का क्या फ़ायदा, वहाँ मोहल्ला क्लिनिक खोला, उन लोगों की डिमांड पे 2 क्लिनिक खोले हमने। एक दिन मैं चलते चलते सड़क से वैसे ही घुस गया अंदर,
इतने अमीर अमीर लोग वहाँ पे आए हुए थे अपना इलाज कराने के लिए। बोले जी जो पर्सनल यहाँ पे टेंशन मिलती है हमें। सर अभी जीके के कई लोग बैठे हैं, हाँ। वो कह रहे हैं मिलके ही जाएंगे, हमने चले बैठे हैं वो। अच्छी इन्होंने बात कर ली उनसे। डोंट पुश। भगवान जी बात करना, जो लोग बैठे हैं ना इनसे बात करो जरा। सर आप जी नीचे कर लो एक मिनट जा रहा ਬਟਾਰੀ ਰਾੜੇ ਵਾਲੇ ਸੰਤ ਜਿਹੜੇ ਹਨ ਉਹਨਾਂ ਦੇ ਨਾਲ ਹੀ ਮੇਰਾ ਪਿੰਡ ਹੈ ਤੇ ਮੈਂ ਇੱਥੇ 65 ਸਾਲ ਤੋਂ ਰਹਿ ਰਿਹਾ ਹਾਂ। ਦਿੱਲੀ ਦਾ ਜਿਹੜਾ ਅੱਜ ਮਾਡਲ ਹੈ ਨਾ ਜੀ ਉਹ ਨੰਬਰ 1 ਹੈ। ਉਹ ਦਿਖ ਰਿਹਾ ਹੈ ਕੇਜਰੀਵਾਲ ਨੂੰ ਤਾਂ ਅਸੀਂ ਬਹੁਤ ਸਾਲ ਤੋਂ ਜਾਣਦੇ ਹਾਂ ਔਰ ਇਹਨਾਂ ਦੇ ਭਗਤ ਲੱਗੇ ਸੀ ਜਿਹੜੇ ਘਰ ਆ ਕੇ ਇਹਨਾਂ ਨੂੰ ਭੁੱਲ ਕੇ ਨਹੀਂ ਜਾ ਰਹੇ। ਤੇਰਾ ਦੀ ਗੱਲ ਹੈ, ਮੇਰੇ ਘਰ ਆਏ ਸੀ ਔਰ ਇਹਨਾਂ ਨੇ ਜੋ ਛੋਲੇ ਖਾਦੇ ਸੀ ਮੇਰੀ ਮੰਮੀ ਨੇ ਕਿਹਾ ਚਾਹ ਇਹਨਾਂ ਨੇ ਕਿਹਾ ਕੁਝ ਮੁझे लगी है पर्ची बना ले 10 मिनट से दवाई लेके बाहर। अभी क्या बीमारी है आपको? भी मैंने वो स्टमक की थोड़ी दी है। हाँ बता दूँ। आप दवाई भी इतने मिलूगी, दवाई भी इतने मिल दी है जी। विदिन इतने आओ और ये गोटे दर्द कर रहे थे। अंकल जी पर्ची भी नहीं लेके एक चीज, डॉक्टर कैसी हैं? डॉक्टर तो मेरी बेटी की तरह, मेरी बेटी भी डॉक्टर, मुझे कहना नहीं चाहिए वो गायना की है, मेरे काम की नहीं है वो। और उसके हस्बैंड चाइल्ड स्पेशलिस्ट है, वो भी मेरे काम के नहीं है। नहीं, हमारी बेटी की तरह मेरे मुझसे बेटी निकलता है इनके लिए। बहुत अच्छी, बहुत बढ़िया डॉक्टर। सबको रिक्वेस्ट करना भगवान जी। मेरी बेटी डॉक्टर है, इसलिए मुझे आदत होगी बेटी कहने की। सबसे बड़ी बात ये है, बेटी की तरह ट्रीट करती है। सबसे बड़ी बात ये है कि डॉक्टर का पेशेंट का रिश्ता है। बस वो है। जब आता है ना पेशेंट तो उसको पहचानते हैं, अंकल जी क्या हाल है, ये पैर घुटने ठीक है नहीं है, ये हर कॉलोनी में मतलब उनका आपस में रिलेशन बन गया ना, पेशेंट आਉਂਦੇ ਰਹਿੰਦੇ पेशेंट का और डॉक्टर का रिलेशन। ਗੱਲ ਹੈ ਜੀ ਕਿ ਸਾਡੇ ਘਰ ਤੋਂ ਨਜ਼ਦੀਕ ਹੈ, ਅਸੀਂ ਹਸਪੀਟਲ ਜਾ ਸਕਦੇ ਹਾਂ, ਲੇਕਿਨ ਇਸ ਉਮਰ ਤੇ ਚੱਲਣਾ ਫਿਰਨਾ ਮੁਸ਼ਕਿਲ ਹੋ ਗਿਆ। ਇਸ ਵਾਸਤੇ ਰਿਕੁਐਸਟ ਹੈ ਕਿ ਪੰਜਾਬ ਨੂੰ ਇੱਥੇ ਹੀ ਚਮਕਾ ਦਿਓ। ਕਰਾਂਗੇ ਜੀ। ਬਿਲਕੁਲ ਸਾਨੂੰ ਬੜੀ ਖੁਸ਼ੀ ਹੋਈ ਕਿ ਤੁਹਾਡੀ ਪਾਰਟੀ ਚ ਆਈ ਹੈ, ਸਾਡੀ ਪਾਰਟੀ ਆਪੇ ਦਿਸ਼ਾ ਨਿਰਦੇਸ਼ ਹੈ। ਇਹਨਾਂ ਨੂੰ ਤਾਂ ਅਸੀਂ ਕਈ ਸਾਲਾਂ ਤੋਂ ਜਾਣਦੇ ਹਾਂ, ਜੈਨ ਸਾਹਿਬ ਨੂੰ ਜਾਣਦੇ ਹਾਂ, ਤੁਹਾਨੂੰ ਵੀ ਅਸੀਂ ਟੀਵੀ ਤੇ ਸਾਡੇ ਹੈਲਥ ਮਿਨਿਸਟਰ ਨੇ ਖੁਦ ਡਾਕਟਰ ਨੇ। ये भी डॉक्टर है। मिले हैं जी। ਮੈਂ ਇਹਨਾਂ ਨੂੰ ਮਿਲਿਆ, ਮੈਨੂੰ ਪੰਜਾਬੀ ਬੋਲਣ ਦੀ ਆਦਤ ਵੀ ਅਸੀਂ ਸਾਡੀ ਮਾਂ ਬੋਲੀ ਪੰਜਾਬੀ ਹੈ, ਅਸੀਂ ਪੰਜਾਬੀ ਬੋਲਦੇ ਮਲਵਈ ਪੰਜਾਬੀ ਮੈਂ ਤਾਂ ਸਾਥ ਵੀ ਪੰਜਾਬੀ ਬੋਲਣ ਲੱਗਾ। ਮੇਰੇ ਰਿਸ਼ਤੇਦਾਰ ਫਸਟ ਐਵਨਿਊ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ, ਇਹ ਡਾਕਟਰ ਐਨੀ ਫਰਿਸ਼ਤਾ ਹੈ ਕਿ ਜਿਹੜੀ ਕੋਈ ਪੇਸ਼ੈਂਟ ਵਿੱਚ ਨਹੀਂ ਆਉਂਦੀ है ना, यदि पहले पिछले हफ्ते बुलाया था क्यों नहीं आई, मतलब इतना इनकी सुपर मेमोरी है, इतना वो ये ध्यान रखती है कि अगर वो नहीं आएगी तुझ में नहीं आएगी तो बराबर नहीं आएगी तो इलाज कैसे कराएगी। मतलब शी सो काइंड। मतलब कि मेरी बेटी मेरे नाल कई दफा औखा बोल लेंदी है, लेकिन ये डॉक्टर जड़ी है ना, मैं अपनी बेटी तो भी ज्यादा प्यार है। बहुत अच्छा है। बहुत बहुत थैंक यू जी, बहुत धन्यवाद। बस ये साडी ये रिक्वेस्ट है कि पंजाब में आइए।